ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ। ਰੋਜ਼ਾਨਾ ਦੀ ਤਰ੍ਹਾਂ ਅੱਜ ਫੇਰ ਡੇਲੀ ਕਰੰਟ ਅਫੇਅਰਸ ਲੈ ਕੇ ਹਾਜ਼ਰ ਹਾਂਗੇ। ਡੇਟ 2 ਅਪ੍ਰੈਲ ਅਤੇ ਉਮੀਦ ਕਰਦੇ ਹਾਂ ਤੁਸੀਂ ਇਹਨੂੰ ਪਸੰਦ ਕਰੋਗੇ। ਆਓ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਜੋ ਪਹਿਲਾ ਕੁਐਸਚਨ ਹੈ, ਵਿਚ ਸਟੇਟਸ 87th ਫਾਊਂਡੇਸ਼ਨ ਡੇ ਵਾਜ਼ ਸੈਲੀਬਰੇਟਡ ਔਨ 1 April। ਕਿਹੜੇ ਸਟੇਟ ਦਾ 87ਵਾਂ ਫਾਊਂਡੇਸ਼ਨ ਡੇ 1 ਅਪ੍ਰੈਲ ਨੂੰ ਮਨਾਇਆ ਗਿਆ? ਆਪਸ਼ਨ ਹੈ ਸਾਡੇ ਕੋਲ ਰਾਜਸਥਾਨ, ਉੜੀਸਾ, ਗੁਜਰਾਤ, ਨਨ ਆਫ ਦਿਸ। 1 ਅਪ੍ਰੈਲ ਨੂੰ 87ਵਾਂ ਫਾਊਂਡੇਸ਼ਨ ਡੇ ਕਿਹੜੇ ਸਟੇਟ ਨੇ ਬਣਾਇਆ ਹੈ? ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਉੜੀਸਾ। ਉੜੀਸਾ ਨੇ 1 April ਨੂੰ 87ਵਾਂ ਆਪਣਾ ਫਾਊਂਡੇਸ਼ਨ ਡੇ ਮਨਾਇਆ ਹੈ। ਗੱਲ ਕਰਦੇ ਹਾਂ ਉੜੀਸਾ ਇਸ ਫਾਊਂਡੇਸ਼ਨ ਡੇ ਦੀ। ਤਾਂ ਦੇਖੋ, ਉੜੀਸਾ ਦ ਲੈਂਡ ਆਫ ਲੋਰਡ ਜਗਨਨਾਥ, ਭਗਵਾਨ ਜਗਨਨਾਥ ਦੀ ਧਰਤੀ। ਇੱਥੇ 87ਵਾਂ ਫਾਊਂਡੇਸ਼ਨ ਡੇ 1 ਅਪ੍ਰੈਲ 2022 ਨੂੰ ਮਨਾਇਆ ਗਿਆ। ਇੰਡੀਆ ਦੀ ਇੰਡੀਪੈਂਡੈਂਸ ਤੋਂ ਆਜ਼ਾਦੀ ਤੋਂ ਦਹਾਕਾ ਪਹਿਲਾਂ 1936 ਦੇ ਵਿੱਚ ਉੜੀਸਾ ਜਿਹੜਾ ਹੈਗਾ ਇੱਕ ਇੰਡੀਪੈਂਡੈਂਟ ਪ੍ਰੋਵਿੰਸ ਦੇ ਤੌਰ 'ਤੇ ਹੋਂਦ ਦੇ ਵਿੱਚ ਆਇਆ ਸੀ। ਕਿਉਂਕਿ ਉਦੋਂ ਬ੍ਰਿਟਿਸ਼ ਰੂਲ ਸੀਗਾ, ਤਾਂ ਬ੍ਰਿਟਿਸ਼ ਰੂਲ ਦੇ ਅੰਡਰ ਇਹ ਉੜੀਸਾ ਉਸ ਸਮੇਂ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਹੁੰਦਾ ਸੀ। ਅਤੇ ਇਸ ਨੂੰ 1 ਅਪ੍ਰੈਲ 1936 ਨੂੰ ਅਲੱਗ ਕਰਕੇ ਇੰਡੀਪੈਂਡੈਂਟ ਪ੍ਰੋਵਿੰਸ ਬਣਾ ਦਿੱਤਾ ਗਿਆ ਸੀ, ਬੰਗਾਲ ਤੋਂ ਅਲੱਗ ਕਰ ਦਿੱਤਾ ਗਿਆ ਸੀ। ਅਤੇ ਉਦੋਂ ਤੋਂ ਹੀ ਜੋ ਹੈ ਉੜੀਸਾ ਨੂੰ 1 ਅਪ੍ਰੈਲ 1936 ਦੀ ਯਾਦ ਦੇ ਵਿੱਚ ਹਰ ਸਾਲ ਜੋ ਹੈ ਉੜੀਸਾ ਫਾਊਂਡੇਸ਼ਨ ਡੇ ਮਨਾਇਆ ਜਾਂਦਾ ਹੈ। ਇਸ ਸਾਲ ਉੜੀਸਾ ਸਟੇਟ ਵਿੱਚ ਇਹ 87ਵਾਂ ਫਾਊਂਡੇਸ਼ਨ ਡੇ ਮਨਾਇਆ ਗਿਆ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਰੇਜ਼ਿੰਗ ਐਂਡ ਐਕਸਲਰੇਟਿੰਗ MSME ਪਰਫੋਰਮੈਂਸ, ਜਿਹਨੂੰ ਕਿ ਰੈਂਪ ਦਾ ਨਾਮ ਦਿੱਤਾ ਗਿਆ, ਇਜ਼ ਸਪੋਰਟਡ ਬਾਏ ਵਿਚ ਗਲੋਬਲ ਇੰਸਟੀਟਿਊਸ਼ਨ। ਕਿਹਨੇ ਸਪੋਰਟ ਕੀਤੀ ਹੈ ਰੈਂਪ ਨੂੰ? ਯੂਨੀਸੈਫ, ਵਰਲਡ ਬੈਂਕ, IMF ਜਾਂ ਨਨ ਆਫ ਦਿਸ। ਤਾਂ ਇਹਦੀ ਗੱਲ ਕਰਦੇ ਹਾਂ, ਆਪਸ਼ਨ ਇਹ ਹੈਗਾ ਸਹੀ ਆਨਸਰ ਵਰਲਡ ਬੈਂਕ। ਵਰਲਡ ਬੈਂਕ ਨੇ ਰੇਜ਼ਿੰਗ ਐਂਡ ਐਕਸਲਰੇਟਿੰਗ MSME ਪਰਫੋਰਮੈਂਸ ਨੂੰ ਸਪੋਰਟ ਕੀਤਾ, ਰੈਂਪ ਪ੍ਰੋਗਰਾਮ ਨੂੰ ਸਪੋਰਟ ਕੀਤਾ। ਵਰਲਡ ਬੈਂਕ ਕੀ ਹੈਗਾ, MSME ਕੀ ਹੈ, ਇਹਦੇ ਬਾਰੇ ਗੱਲ ਕਰਦੇ ਹੈਗੇ ਆਪਾਂ। ਤਾਂ ਵਰਲਡ ਬੈਂਕ ਦੀ ਦੇਖੋ, ਵਰਲਡ ਬੈਂਕ ਇੱਕ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀ ਦੈਟ ਪ੍ਰੋਵਾਈਡ ਲੋਨਸ ਐਂਡ ਗ੍ਰਾਂਟਸ ਟੂ ਗੌਰਮੈਂਟਸ ਆਫ ਲੋ ਐਂਡ ਮਿਡਲ ਇਨਕਮ ਕੰਟਰੀਜ਼। ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀ ਜਿਹੜੀ ਕੀ ਹੈ ਲੋਨਸ ਵਗੈਰਾ, ਗ੍ਰਾਂਟ ਵਗੈਰਾ ਜਿਹੜਾ ਹੈਗਾ ਗੌਰਮੈਂਟਸ ਨੂੰ ਇਸ਼ੂ ਕਰਦੀ ਹੈ, ਜਿਹੜੇ ਕਿ ਲੋ ਅਤੇ ਮਿਡਲ ਇਨਕਮ ਕੰਟਰੀਜ਼ ਨੇ, ਤਾਂ ਜੋ ਉਹ ਜਿਹੜੇ ਆਪਣੇ ਕੈਪੀਟਲ ਪ੍ਰੋਜੈਕਟ ਨੇਗੇ ਉਹਨਾਂ ਨੂੰ ਪੂਰਾ ਕਰ ਸਕਣ। ਇਹਦੇ ਪ੍ਰੈਜ਼ੈਂਟ ਟਾਈਮ 'ਤੇ ਪ੍ਰੈਜ਼ੀਡੈਂਟ ਕੌਣ ਨੇਗੇ? ਡੇਵਿਡ ਮਾਲਪਾਸ। ਅਤੇ ਇਹਨਾਂ ਦਾ ਹੈੱਡਕੁਆਟਰ ਜੋ ਹੈ ਉਹ ਹੈ ਵਾਸ਼ਿੰਗਟਨ DC ਦੇ ਵਿੱਚ। MSME ਦੀ ਗੱਲ ਕਰ ਲੈਂਦੇ ਹਾਂ, ਇਹਨਾਂ ਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਮਾਈਕਰੋ, ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ। ਅਤੇ ਇਹ ਆਪਾਂ ਪ੍ਰੋਗਰਾਮ ਦੀ ਵੀ ਗੱਲ ਕਰ ਲਈਏ, ਰੈਂਪ ਦੀ ਜੋ ਹੈਗਾ ਸੀ ਰੇਜ਼ਿੰਗ ਐਂਡ ਐਕਸਲਰੇਟਿੰਗ MSME ਪਰਫੋਰਮੈਂਸ। ਇਹ ਸਾਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਜਿਹੜੀਆਂ MSME ਨੇ, ਮਤਲਬ ਮਾਈਕਰੋ, ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਨੇ, ਕੰਪਨੀਆਂ ਨੇ, ਇਹਨਾਂ ਨੂੰ ਪ੍ਰੋਗਰੈਸ ਕਰਨ ਦੇ ਲਈ, ਉਹਨਾਂ ਨੂੰ ਰੇਜ਼ ਕਰਨ ਦੇ ਲਈ, ਉਹਨਾਂ ਨੂੰ ਐਕਸਲਰੇਟ ਕਰਨ ਦੇ ਲਈ, ਉਹਨਾਂ ਦੀ ਪਰਫੋਰਮੈਂਸ ਨੂੰ, ਤਾਂ ਇਹ ਵਰਲਡ ਬੈਂਕ ਨੇ ਸਪੋਰਟ ਕੀਤੀ ਹੈਗੀ। ਫਾਈਨੈਂਸ਼ੀਅਲ ਜੋ ਹੈ ਇਹਨਾਂ ਨੂੰ ਗ੍ਰਾਂਟ ਵਗੈਰਾ ਉਪਲਬਧ ਕਰਾਈ ਹੈਗੀ। ਉਸ ਤੋਂ ਬਾਅਦ ਗੱਲ ਕਰਦੇ ਹੈਗੇ ਅਗਲੇ ਕੁਐਸਚਨ ਦੀ। ਸਾਡਾ ਅਗਲਾ ਕੁਐਸਚਨ ਹੈ, ਵਿਚ ਸੈਕਸ਼ਨ ਆਫ ਰੇਲਵੇਜ਼ ਹੈਜ਼ ਕੰਪਲੀਟਡ 100% ਇਲੈਕਟ੍ਰੀਫਿਕੇਸ਼ਨ ਅਕਰੋਸ ਦੀ ਜ਼ੋਨ।
ਤਾਂ ਰੇਲਵੇ ਦੇ ਕਿਹੜੇ ਜ਼ੋਨ ਨੇ 100% ਇਲੈਕਟ੍ਰੀਫਿਕੇਸ਼ਨ ਪੂਰੀ ਕਰ ਲਈ ਹੈ? ਆਪਸ਼ਨ ਹੈ ਕੋਂਕਣ ਰੇਲਵੇ, ਨਾਰਥ ਈਸਟ ਰੇਲਵੇ ਜਾਂ ਈਸਟ ਕੋਸਟ ਰੇਲਵੇ ਜਾਂ ਨਨ ਆਫ ਦਿਸ। ਤਾਂ ਇਹ ਆਪਸ਼ਨ ਆਏਗੀ ਜੀ ਕੋਂਕਣ ਰੇਲਵੇ। ਕੋਂਕਣ ਰੇਲਵੇ ਨੇ ਆਪਣੀ 100% ਆਪਣੇ ਜ਼ੋਨ ਦੇ ਵਿੱਚ ਇਲੈਕਟ੍ਰੀਫਿਕੇਸ਼ਨ ਪੂਰੀ ਕਰ ਲਈ ਹੈ। ਮਤਲਬ ਕੀ ਹੈ ਇਲੈਕਟ੍ਰੀਫਿਕੇਸ਼ਨ ਦਾ? ਕਿ ਇਹਨਾਂ ਦੇ ਜੋ ਰੋਡਸ ਨੇ, ਰੇਲ ਰੋਡ ਨੇ, ਉੱਥੇ ਸਾਰਾ ਸਿਸਟਮ ਜੋ ਹੈ ਇਲੈਕਟ੍ਰੀਫਾਈ ਕਰ ਦਿੱਤਾ ਗਿਆ ਹੈ। ਟ੍ਰੇਨਸ ਜੋ ਹੈ ਇਲੈਕਟ੍ਰਿਕਸਿਟੀ ਜੋ ਸਿਸਟਮ ਹੈ ਉਹਦੇ ਨਾਲ ਚੱਲ ਸਕਦੀਆਂ ਨੇ। ਮਤਲਬ ਹੁਣ ਉੱਥੇ ਡੀਜ਼ਲ ਇੰਜਨ ਦੀ ਜੋ ਹੈ ਉਹਨਾਂ ਦੀ ਇੰਨੀ ਲੋੜ ਨਹੀਂ ਹੈਗੀ। ਅਤੇ ਕਿੰਨਾ ਲੰਬਾ ਰੂਟ ਹੈ ਇਹ? 741 ਕਿਲੋਮੀਟਰ ਲੰਬਾ ਰੂਟ ਹੈ ਬਿਟਵੀਨ ਰੋਹਾ ਮਹਾਰਾਸ਼ਟਰ ਦੇ ਵਿੱਚ ਅਤੇ ਕਰਨਾਟਕ ਦੇ ਵਿੱਚ ਠੋਕੁਰ ਹੈ। ਉੱਥੇ ਤੱਕ ਇਹਨਾਂ ਨੇ ਕੰਪਲੀਟ ਕੀਤਾ ਅਤੇ 1287 ਕਰੋੜ ਰੁਪਏ ਜੋ ਹੈ ਇਸ ਪ੍ਰੋਜੈਕਟ ਦਾ ਖਰਚਾ ਆਏਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ ਅਗਲੇ ਪ੍ਰਸ਼ਨ ਦੀ। ਕਾਜ਼ੀਰੰਗਾ ਨੈਸ਼ਨਲ ਪਾਰਕ ਇਜ਼ ਲੋਕੇਟਡ ਅਲੋਂਗ ਵਿਚ ਇੰਡੀਅਨ ਰਿਵਰ? ਕਾਜ਼ੀਰੰਗਾ ਨੈਸ਼ਨਲ ਪਾਰਕ ਕਿਹੜੀ ਰਿਵਰ ਦੇ ਕਿਨਾਰੇ 'ਤੇ ਹੈ? ਆਪਸ਼ਨ ਹੈ ਸਾਡੇ ਕੋਲ ਗੰਗਾ, ਬ੍ਰਹਮਪੁੱਤਰ, ਯਮੁਨਾ ਜਾਂ ਗੋਦਾਵਰੀ। ਤਾਂ ਜੇਕਰ ਇਹ ਤੁਹਾਨੂੰ ਪਤਾ ਕਾਜ਼ੀਰੰਗਾ ਨੈਸ਼ਨਲ ਪਾਰਕ ਹੈ ਕਿੱਥੇ, ਆਪਾਂ ਦੱਸ ਵੀ ਦਿੰਦੇ ਹਾਂ। ਇਹ ਹੈਗਾ ਅਸਾਮ ਦੇ ਵਿੱਚ ਹੈਗਾ। ਤਾਂ ਸਾਨੂੰ ਰਿਵਰ ਵੀ ਪਤਾ, ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਇਹ ਬ੍ਰਹਮਪੁੱਤਰਾ ਰਿਵਰ ਦੇ ਕਿਨਾਰੇ 'ਤੇ ਇਹ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ। ਇਸ ਦੀ ਗੱਲ ਕਰਦੇ ਹਾਂਗੇ। ਕਾਜ਼ੀਰੰਗਾ ਨੈਸ਼ਨਲ ਪਾਰਕ ਇਜ਼ ਅ ਪ੍ਰੋਟੈਕਟਡ ਏਰੀਆ ਇਨ ਅਸਮ spread along the Brahmaputra River. The national park has successfully completed 14th rhino census in 2022. ਇੱਥੇ ਹੁਣੇ ਜੇ 14ਵੀਂ ਰਾਈਨੋ ਸੈਂਸਸ ਹੋ ਕੇ ਹਟੀ ਹੈ। There was increase of 201 horned rhinoceros from the 2018 figures, even though 400 deaths were recorded mainly due to natural causes. ਕਿਉਂਕਿ ਹੁਣ ਇੱਥੇ ਸੈਂਸਸ ਹੋਈ ਹੈ ਰਾਈਨੋ ਦੀ 2022 ਦੀ, ਅਤੇ ਉਹਦੇ ਵਿੱਚ 200 ਜੋ ਹੈ ਰਾਈਨੋਸੋਰਸ ਉਹਦੀ ਇਨਕਰੀਜ਼ ਪਾਈ ਗਈ ਹੈ ਕਿ 200 ਰਾਈਨੋਸੋਰਸ ਦਾ ਵਾਧਾ ਦਰਜ ਕੀਤਾ ਗਿਆ 2018 ਦੇ ਮੁਕਾਬਲੇ। ਭਾਵੇਂ ਕਿ ਕਹਿੰਦੇ 400 ਰਾਈਨੋਸੋਰਸ ਦੀ ਡੈਥ ਵੀ ਹੋਈ ਹੈਗੀ, ਪਰੰਤੂ ਫਿਰ ਵੀ ਜੋ ਹੈ 200 ਦੀ ਇਨਕਰੀਜ਼ ਹੋਈ ਹੈਗੀ। 903 ਤਾਂ ਫੀਮੇਲ, 750 ਮੇਲਸ। ਇਸ ਤੋਂ ਇਲਾਵਾ ਜੂਵੇਨਾਈਲ ਕੈਟਾਗਰੀ ਹੋ ਗਈ, ਕਾਫਸ ਹੋ ਗਏ, ਤਾਂ ਜਿਹਦੇ ਨਾਲ ਸਾਰੀ ਟੋਟਲ ਪੋਪੂਲੇਸ਼ਨ ਜੋ ਉਹ 2613 ਬਣ ਜਾਂਦੀ ਹੈ ਰਾਈਨੋਸੋਰਸ ਦੀ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਲੋਕ ਸਭਾ ਪਾਸਡ ਅ ਬਿੱਲ ਟੂ ਮਰਜ 3 ਮਿਊਨਸੀਪਲ ਕਾਰਪੋਰੇਸ਼ਨਸ ਆਫ ਵਿਚ ਸਿਟੀ ਇੰਟੂ ਅ ਸਿੰਗਲ ਐਂਟੀਟੀ। ਲੋਕ ਸਭਾ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਹਦੇ ਵਿੱਚ 3 ਮਿਊਨਸੀਪਲ ਕਾਰਪੋਰੇਸ਼ਨਸ ਨੂੰ ਮਰਜ ਕੀਤਾ ਗਿਆ ਅਤੇ ਉਹਨੂੰ ਇੱਕ ਸਿੰਗਲ ਬਣਾ ਦਿੱਤਾ ਗਿਆ। ਇਹ ਕਿਹੜੇ ਸਿਟੀ ਦੇ ਵਿੱਚ ਹੋਏਗਾ? ਨਿਊ ਦਿੱਲੀ, ਕੋਲਕਾਤਾ ਜਾਂ ਮੁੰਬਈ ਜਾਂ ਨਨ ਆਫ ਦਿਸ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਨਿਊ ਦਿੱਲੀ। ਇਸ ਦੀ ਗੱਲ ਕਰਦੇ ਹੈਗੇ। ਦ ਲੋਕ ਸਭਾ ਪਾਸਡ ਦ ਦਿੱਲੀ ਮਿਊਨਸੀਪਲ ਕਾਰਪੋਰੇਸ਼ਨ ਅਮੈਂਡਮੈਂਟ ਬਿੱਲ seeks to unify 3 municipal corporations of Delhi into a single and integrated entity. ਲੋਕ ਸਭਾ ਨੇ ਪਾਸ ਕੀਤਾ ਗਾ, ਕੀ ਪਾਸ ਕੀਤਾ ਗਾ? ਦਿੱਲੀ ਮਿਊਨਸੀਪਲ ਕਾਰਪੋਰੇਸ਼ਨ ਅਮੈਂਡਮੈਂਟ ਬਿੱਲ ਪਾਸ ਕੀਤਾ ਗਾ, ਜਿਹਦੇ ਵਿੱਚ 3 ਮਿਊਨਸੀਪਲ ਕਾਰਪੋਰੇਸ਼ਨਸ ਨੂੰ ਯੂਨੀਫਾਈ ਕਰਨ ਦੀ ਗੱਲ ਕੀਤੀ ਗਈ ਹੈ ਜੀ। ਇੱਕ ਸਿੰਗਲ ਬਣਾ ਦਿੱਤਾ ਗਿਆ, ਉਹਨੂੰ ਇੰਟੀਗ੍ਰੇਟਡ ਕਰ ਦਿੱਤਾ ਗਿਆ ਗਾ। ਕਿਸ ਲਈ ਕੀਤਾ ਗਿਆ ਗਾ? ਫॉर ਦੀ ਬੈਟਰ ਪਲੈਨਿੰਗ ਐਂਡ ਆਪਟੀਮਲ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਇਹਨੂੰ ਦਿੱਲੀ ਮਿਊਨਸੀਪਲ ਕਾਰਪੋਰੇਸ਼ਨ ਬਿੱਲ ਨੂੰ ਪਾਸ ਕੀਤਾ ਗਿਆ ਲੋਕ ਸਭਾ ਦੇ ਵਿੱਚ 2022 ਦਾ ਇਸ ਸਾਲ ਇਹ ਪਾਸ ਕੀਤਾ ਗਿਆ ਹੈ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਵਿਚ ਆਫ ਦੀ ਫੋਲੋਇੰਗ ਵੌਨ ਦਾ ਖੇਲੋ ਇੰਡੀਆ ਵੂਮੈਨਸ ਹਾਕੀ ਲੀਗ under-21 ਔਨ ਮਾਰਚ 30, 2022। ਖੇਲੋ ਇੰਡੀਆ ਵੂਮੈਨਸ ਹਾਕੀ ਲੀਗ under-21 ਇਹ ਕਿਹੜੀ ਅਕੈਡਮੀ ਨੇ ਜਿੱਤਿਆ ਇਸ ਨੂੰ? ਆਪਸ਼ਨ ਹੈ ਸਾਡੇ ਕੋਲ ਰਾਜਾ ਕਰਨ ਹਾਕੀ ਅਕੈਡਮੀ, ਮੱਧ ਪ੍ਰਦੇਸ਼ ਹਾਕੀ ਅਕੈਡਮੀ, ਪ੍ਰੀਤਮ ਸਿਵਾਚ ਹਾਕੀ ਅਕੈਡਮੀ ਜਾਂ ਨਨ ਆਫ ਦੀਸ। ਤਾਂ ਇਹਦਾ ਜੋ ਕਰੈਕਟ ਆਨਸਰ ਆਏਗਾ ਉਹ ਆਏਗਾ ਪ੍ਰੀਤਮ
ਸਿਵਾਜ ਹਾਕੀ ਅਕੈਡਮੀ। ਇਹਨਾਂ ਨੇ ਖੇਲੋ ਇੰਡੀਆ ਵੂਮੈਨਸ ਹਾਕੀ ਲੀਗ ਅੰਡਰ 21 30 ਮਾਰਚ 2022 ਨੂੰ ਇਹ ਵਿਨਰ ਰਹੇ ਨੇ। ਇਹਨਾਂ ਦੀ ਗੱਲ ਕਰ ਲੈਂਦੇ ਹਾਂ। ਪ੍ਰੀਤਮ ਸਿਵਾਜ ਹਾਕੀ ਅਕੈਡਮੀ, ਇਹ ਸੋਨੀਪਤ ਬੇਸਡ ਹਰਿਆਣਾ ਦੇ ਵਿੱਚ ਹੈ ਅਕੈਡਮੀ ਹੈਗੀ, ਜਿਹੜੀ ਕਿ ਦਰੋਣਾਚਾਰਿਆ ਅਵਾਰਡ ਵਿਨਰ ਅਤੇ ਫੋਰਮਰ ਕੈਪਟਨ ਰਹੇ ਨੇਗੇ ਇੰਡੀਅਨ ਵੂਮੈਨਸ ਹਾਕੀ ਟੀਮ ਪ੍ਰੀਤਮ ਰਾਣੀ ਸਿਵਾਜ, ਉਹਨਾਂ ਦੇ ਦੁਆਰਾ ਇਹ ਚਲਾਈ ਜਾਂਦੀ ਹੈ। ਇਹਨਾਂ ਦੀ ਅਕੈਡਮੀ ਦੀ ਟੀਮ ਨੇ ਇਹ ਖੇਲੋ ਇੰਡੀਆ ਵੂਮੈਨਸ ਹਾਕੀ ਲੀਗ ਜਿੱਤਿਆ ਹੈਗਾ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਹੂ ਅਮੰਗ ਦੀ ਫੋਲੋਇੰਗ ਯੂਨੀਅਨ ਮਿਨਿਸਟਰਸ ਹੈਜ਼ launched the new website of the Department of Justice on 30 March 2022। 30 ਮਾਰਚ 2022 ਨੂੰ ਡਿਪਾਰਟਮੈਂਟ ਆਫ ਜਸਟਿਸ ਦੀ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਗਈ ਹੈ। ਇਹ ਕਿਹੜੇ ਮਿਨਿਸਟਰ ਦੇ ਦੁਆਰਾ, ਯੂਨੀਅਨ ਮਿਨਿਸਟਰ ਦੇ ਦੁਆਰਾ ਲਾਂਚ ਕੀਤੀ ਗਈ ਹੈ? ਆਪਸ਼ਨ ਹੈ ਕਿਰਨ ਰਿਜੀਜੂ, ਰਾਜਨਾਥ ਸਿੰਘ, ਸੱਤਿਆਪਾਲ ਸਿੰਘ ਬਘੇਲ ਜਾਂ ਅਨੁਰਾਗ ਠਾਕੁਰ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਕਿਰਨ ਰਿਜੀਜੂ ਦੀ। ਇਹਨਾਂ ਨੇ ਲਾਂਚ ਕੀਤੀ ਇਹ ਨਵੀਂ ਵੈਬਸਾਈਟ ਡਿਪਾਰਟਮੈਂਟ ਆਫ ਜਸਟਿਸ ਦੀ। ਆਓ ਅੱਗੇ ਦੇਖਦੇ ਹਾਂ ਇਸ ਦੇ ਬਾਰੇ ਕੀ ਹੋਏਗਾ ਇਸ ਵੈਬਸਾਈਟ ਦੇ ਵਿੱਚ। ਇਟ ਵਿਲ ਪ੍ਰੋਵਾਈਡ ਸਿਟੀਜ਼ਨਸ with a one-stop platform for all digital initiatives of the department, all information related to e-courts mission, mode project, appointments of judges, fast track special courts, ਨਿਆਏ ਬੰਧੂ, ਗ੍ਰਾਮ ਨਿਆਇਲਿਆ, ਦਿਸ਼ਾ ਸਕੀਮ, ਟੈਲੇ ਲਾਅ, ਜੋ ਵੀ ਹੈ ਉਹ ਸਾਰਾ ਕੁਝ ਸਾਨੂੰ ਇਸ ਪੋਰਟਲ ਦੇ ਉੱਤੇ, ਇਸ ਵੈਬਸਾਈਟ ਦੇ ਉੱਤੇ ਅਵੇਲੇਬਲ ਹੋਏਗਾ। ਇਹਨੂੰ ਵਨ ਸਟੋਪ ਪਲੇਟਫਾਰਮ ਕਿਹਾ ਗਿਆ ਕਿ ਸਾਰਾ ਕੁਛ ਜੋ ਹੈ ਡਿਪਾਰਟਮੈਂਟ ਦੇ ਨਾਲ ਰਿਲੇਟਡ ਜੋ ਵੀ ਸਕੀਮਸ ਨੇ, ਜੋ ਪ੍ਰੋਜੈਕਟ ਨੇ, ਚਾਹੇ ਉਹਦੇ ਵਿੱਚ ਅਪੋਇੰਟਮੈਂਟ ਆਫ ਜੱਜਸ ਨੇਗੀਆਂ ਜਾਂ ਸਾਡੇ ਫਾਸਟ ਟਰੈਕ ਸਪੈਸ਼ਲ ਕੋਰਸ ਨੇ, ਉਹਨਾਂ ਦੇ ਨਾਲ ਰਿਲੇਟਡ ਜੋ ਸਾਨੂੰ ਕੋਈ ਵਰਕ ਉਹਦੇ 'ਚ ਚੈੱਕ ਕਰਨਾ ਅਸੀਂ, ਨਿਆਏ ਬੰਧੂ ਸਕੀਮ ਹੋ ਗਈ, ਗ੍ਰਾਮ ਨਿਆਇਲੇ ਹੋ ਗਏ, ਦਿਸ਼ਾ ਸਕੀਮ ਹੋ ਗਈ, ਉਹ ਸਾਰਾ ਕੁਝ ਸਾਨੂੰ ਜੋ ਹੈ ਇਸ ਨਵੀਂ ਵੈਬਸਾਈਟ ਦੇ ਉੱਤੇ ਅਵੇਲੇਬਲ ਹੋਏਗਾ। ਕਿਰਨ ਰਿਜੀਜੂ ਨੇ ਇਹ ਵੈਬਸਾਈਟ ਲਾਂਚ ਕੀਤੀ ਹੈ, ਡਿਪਾਰਟਮੈਂਟ ਆਫ ਜਸਟਿਸ ਦੀ ਨਵੀਂ ਵੈਬਸਾਈਟ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਵਿਚ ਕੰਟਰੀ ਹੈਜ਼ ਅਪੋਇੰਟਡ ਗ੍ਰਾਹਮ ਥੋਰਪੇ ਐਜ਼ ਦਾ ਹੈਡ ਕੋਚ ਆਫ ਨੈਸ਼ਨਲ ਕ੍ਰਿਕਟ ਟੀਮ। ਕਿਹੜੇ ਕੰਟਰੀ ਨੇ ਗ੍ਰਾਹਮ ਥੋਰਪੇ ਨੂੰ ਕੋਚ ਅਪੋਇੰਟ ਕੀਤਾ ਹੈਗਾ ਆਪਣੀ ਕ੍ਰਿਕਟ ਟੀਮ ਦਾ? ਆਪਸ਼ਨ ਹੈ ਅਫਗਾਨਿਸਤਾਨ, ਪਾਕਿਸਤਾਨ, ਸ਼੍ਰੀਲੰਕਾ ਜਾਂ ਜ਼ਿੰਬਾਬਵੇ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਅਫਗਾਨਿਸਤਾਨ। ਆਓ ਦੇਖਦੇ ਹਾਂ ਇਸ ਦੇ ਬਾਰੇ। ਅਫਗਾਨਿਸਤਾਨ ਕ੍ਰਿਕਟ ਬੋਰਡ, ਜਿਹਨੂੰ ਅਸੀਂ ACB ਵੀ ਕਹਿ ਦਿੰਦੇ ਹੈਗੇ, ਇਹਨਾਂ ਨੇ ਇੰਗਲਿਸ਼ ਬੈਟਰ, ਇੰਗਲੈਂਡ ਦੇ ਬੈਟਸਮੈਨ ਰਹੇ ਨੇ ਫੋਰਮਰ ਇਹ ਗ੍ਰਾਹਮ ਥੋਰਪੇ, ਇਹਨਾਂ ਨੂੰ ਨਵਾਂ ਹੈਡ ਕੋਚ ਅਪੋਇੰਟ ਕੀਤਾ ਹੈਗਾ ਅਫਗਾਨਿਸਤਾਨ ਨੈਸ਼ਨਲ ਟੀਮ ਦਾ। ਇਸ ਤੋਂ ਪਹਿਲਾਂ ਇਹ ਇੰਗਲੈਂਡ ਦੀ ਨੈਸ਼ਨਲ ਟੀਮ ਦੇ ਕੋਚ ਵੀ ਰਹੇ ਨੇ ਇਹ 2011 ਅਪ੍ਰੈਲ ਤੋਂ ਲੈ ਕੇ ਸਤੰਬਰ 2019 ਤੱਕ। ਅਤੇ ਇਹਨਾਂ ਨੇ ਇੰਗਲੈਂਡ ਦੇ ਲਈ ਕ੍ਰਿਕਟ ਵੀ ਖੇਲੀ ਹੈਗੀ। 100 ਟੈਸਟ ਮੈਚਸ ਫੋਰ ਇੰਗਲੈਂਡ ਫਰੋਮ 87 to 2002। 1987 ਤੋਂ ਲੈ ਕੇ 2002 ਤੱਕ ਇਹਨਾਂ ਨੇ 100 ਟੈਸਟ ਮੈਚਸ ਖੇਡੇ ਨੇ ਇੰਗਲੈਂਡ ਦੇ ਲਈ। ਬੈਟਿੰਗ ਕੋਚ ਵੀ ਰਹੇ ਨੇ ਉਹਨਾਂ ਦੇ। ਅਤੇ ਹੁਣ ਅਫਗਾਨਿਸਤਾਨ ਦੇ ਦੁਆਰਾ ਇਹਨਾਂ ਨੂੰ ਆਪਣਾ ਹੈਡ ਕੋਚ ਗ੍ਰਾਹਮ ਥੋਰਪੇ ਨੂੰ ਅਪੋਇੰਟ ਕੀਤਾ ਗਿਆ ਹੈ। ਉਸ ਤੋਂ ਬਾਅਦ ਹੈ ਸਾਡਾ ਅਗਲਾ ਕੁਐਸ਼ਨ, ਵਿਚ ਸਟੇਟਸ ਲਿਵਿੰਗ ਰੂਟ ਬ੍ਰਿਜ ਹੈਜ਼ ਬੀਨ ਇਨਕਲੂਡਡ ਇਨ ਯੂਨੈਸਕੋ ਵਰਲਡ ਹੈਰੀਟੇਜ ਲਿਸਟ। ਕਿਹੜੀ ਸਟੇਟ ਦਾ ਰੂਟ ਬ੍ਰਿਜ ਹੈ, ਲਿਵਿੰਗ ਰੂਟ ਬ੍ਰਿਜ, ਉਹਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਇਨਕਲੂਡ ਕੀਤਾ ਹੈਗਾ? ਆਪਸ਼ਨ ਹੈ ਅਸਮ, ਮੇਘਾਲਿਆ, ਵੈਸਟ ਬੰਗਾਲ ਜਾਂ ਸਿੱਕਮ। ਤਾਂ ਇਹਦੀ ਕਰੈਕਟ ਆਪਸ਼ਨ ਆਏਗੀ ਜੀ ਮੇਘਾਲਿਆ। ਮੇਘਾਲਿਆ ਦੇ ਵਿੱਚ ਇਸ ਤਰ੍ਹਾਂ ਦੇ ਲਿਵਿੰਗ ਰੂਟ ਬ੍ਰਿਜਿਸ ਕਾਫੀ ਜ਼ਿਆਦਾ ਨੇਗੇ। ਇਹ ਹੈ ਕਿ ਚੀਜ਼ ਆਪਾਂ ਇਹਦੀ ਗੱਲ ਕਰਦੇ ਹੈਗੇ, ਦੇਖੋ ਤੁਹਾਨੂੰ ਪਿਕਚਰ ਵੀ ਦਿਖਾਈ ਹੋਈ ਹੈਗੀ ਇੱਥੇ ਸਾਡੇ ਕੋਲ ਕਿ ਹਾਂਜੀ ਇਹ ਰਿਵਰ ਹੈ। ਰਿਵਰ ਦੇ ਉੱਤੇ ਜੋ ਹੈ ਇਹ ਬ੍ਰਿਜ ਬਣਿਆ ਹੋਇਆ ਹੈਗਾ। ਇਹ ਬ੍ਰਿਜ ਮੈਨ ਮੇਡ ਨਹੀਂ ਹੈਗਾ, ਇਹਨੂੰ ਮੈਨ ਮੇਡ ਕਹਿ ਵੀ ਸਕਦੇ ਹਾਂ, ਨਹੀਂ ਵੀ ਕਹਿ ਸਕਦੇ, ਕਿਉਂਕਿ ਇਹ ਜਿਹੜੇ
ਇੱਥੇ ਪੇੜ ਹੈਗੇ ਨੇ, ਟਰੀਜ਼ ਹੈਗੇ ਨੇ, ਉਹਨਾਂ ਦੀਆਂ ਰੂਟਸ ਨੂੰ ਕੰਬਾਈਨ ਕਰਕੇ ਜੋ ਹੈ ਇਹ ਬ੍ਰਿਜ ਬਣਿਆ ਹੋਏਗਾ। ਨੈਚੁਰਲ ਬ੍ਰਿਜ ਹੈ ਇਹ, ਅਤੇ ਇਹਨੂੰ ਯੂਨੈਸਕੋ ਦੇ ਦੁਆਰਾ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈਗਾ। ਕਿਵੇਂ ਹੈਗਾ ਕਿ ਇਹਦੇ ਵਿੱਚ ਵਿਲੇਜਰਸ ਨੇ ਜਿਹੜੇ ਸਪੈਸ਼ਲੀ ਜਿਹੜੇ ਉੱਥੇ ਏਰੀਆ ਦੇ ਵਿੱਚ ਖਾਸੀ ਜਾਂ ਜੈਂਤੀਆ ਟਰਾਈਬਲ ਕਮਿਊਨਿਟੀਜ਼ ਨੇਗੀਆਂ, ਉਹਨਾਂ ਦੇ ਦੁਆਰਾ ਇਹ ਬਿਲਡ ਕੀਤੇ ਜਾਂਦੇ ਨੇ। ਕਿਵੇਂ ਕੀਤਾ ਜਾਂਦਾ ਹੈ ਕਿ ਜਿਹੜੇ ਉੱਥੇ ਟਰੀਜ਼ ਲਗਾਏ ਜਾਂਦੇ ਨੇ ਉਹਨਾਂ ਦੀਆਂ ਰੂਟਸ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਸ਼ੇਪ ਕੀਤੀ ਜਾਂਦੀ ਹੈ ਕਿ ਉਹ ਕੰਬਾਈਨ ਹੋ ਕੇ ਜੋ ਹੈ ਉਹਨਾਂ ਦਾ ਬ੍ਰਿਜ ਬਣ ਜਾਂਦਾ ਹੈਗਾ। ਅਤੇ ਇਹ ਇਹਨਾਂ ਦੇ ਪਿਛਲੇ 600 ਸਾਲਾਂ ਤੋਂ ਜੋ ਹੈ ਇਹ ਚੱਲਦਾ ਆ ਰਿਹਾ ਹੈਗਾ, ਅਤੇ ਇਹਨੂੰ ਹੈ ਲਿਵਿੰਗ ਰੂਟ ਬ੍ਰਿਜ ਨੂੰ ਹੁਣ ਯੂਨੈਸਕੋ ਦੇ ਦੁਆਰਾ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਵੈਨ ਇਜ਼ ਇੰਟਰਨੈਸ਼ਨਲ ਡਰੱਗ ਟੈਸਟਿੰਗ ਡੇ ਸੈਲੀਬਰੇਟਡ। ਕਿਹੜੇ ਤਰੀਕ ਨੂੰ ਜੋ ਹੈ ਇੰਟਰਨੈਸ਼ਨਲ ਡਰੱਗ ਟੈਸਟਿੰਗ ਡੇ ਸੈਲੀਬਰੇਟ ਕੀਤਾ ਗਿਆ? 29 ਮਾਰਚ, 30 ਮਾਰਚ, 31 ਮਾਰਚ ਜਾਂ 1 ਅਪ੍ਰੈਲ। ਕਦੋਂ ਸੈਲੀਬਰੇਟ ਕੀਤਾ ਗਿਆ ਇਹ ਵੀ ਆਪਾਂ ਦੇਖਦੇ ਹਾਂ। ਇਹ ਹੈ ਕੀ ਚੀਜ਼, ਕਿਹੜਾ ਡੇ ਹੈ ਇਹ ਇੰਟਰਨੈਸ਼ਨਲ ਡਰੱਗ ਟੈਸਟਿੰਗ ਡੇ, ਇਸ ਦੀ ਵੀ ਗੱਲ ਕਰਦੇ ਹਾਂ। ਆਓ ਦੇਖੀਏ। ਇੰਟਰਨੈਸ਼ਨਲ ਡਰੱਗ ਡੇ ਇਹ 31 ਮਾਰਚ ਨੂੰ ਸੈਲੀਬਰੇਟ ਕੀਤਾ ਗਿਆ ਹੈਗਾ। ਕਿਉਂ ਕੀਤਾ ਗਿਆ ਹੈਗਾ? ਟੂ ਪ੍ਰੋਵਾਈਡ ਕਰੈਕਟ ਇਨਫੋਰਮੇਸ਼ਨ ਅਬਾਊਟ ਡਰੱਗਸ ਟੂ ਦਾ ਪੀਪਲ ਐਂਡ ਟੂ ਮੇਕ ਦੈਮ ਅਵੇਅਰ ਅਬਾਊਟ ਦੇਅਰ ਸਾਈਡ ਇਫੈਕਟ। ਉਹਨਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ, ਸਹੀ ਜਾਣਕਾਰੀ ਦੇਣ ਦੇ ਲਈ ਡਰੱਗਸ ਦੀ, ਅਤੇ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਇਹਦੇ ਸਾਈਡ ਇਫੈਕਟਸ ਤੋਂ, ਇਹਦੇ ਲਈ ਇਹ ਡੇ ਸੈਲੀਬਰੇਟ ਕੀਤਾ ਜਾਂਦਾ ਹੈਗਾ। ਅਤੇ ਕਦੋਂ ਸ਼ੁਰੂ ਕੀਤਾ ਗਿਆ? ਇਹ 2017 ਦੇ ਵਿੱਚ ਸ਼ੁਰੂ ਕੀਤਾ ਗਿਆ। ਦ ਡੇ ਪ੍ਰਮੋਟਸ ਡਰੱਗ ਹਾਰਮ ਰਿਡਕਸ਼ਨ ਇਨੀਸ਼ੀਏਟਿਵਸ ਐਂਡ ਮੋਟੀਵੇਟਸ ਦੈਮ ਟੂ ਰਿਡਿਊਸ ਡਰੱਗ ਰਿਲੇਟਡ ਰਿਸਕ। ਇਹ ਡੇ ਨੂੰ ਇਹ ਜੋ ਨੁਕਸਾਨ ਨੇ ਉਹਨੂੰ ਘਟਾਉਣ ਦੇ ਲਈ ਅਤੇ ਜੋ ਵੀ ਰਿਸਕ ਨੇ ਉਸ ਨੂੰ ਰਿਡਿਊਸ ਕਰਨ ਦੇ ਲਈ ਜੋ ਹੈ ਇਹ ਸੈਲੀਬਰੇਟ ਕੀਤਾ ਜਾਂਦਾ ਹੈ। ਹਾਂਜੀ, ਅੱਜ ਦੇ ਸਾਡੇ ਕੁਐਸਚਨ ਐਨੇ ਹੀ ਨੇਗੇ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕੀਤਾ। ਅੱਗੇ ਵੀ ਇਹ ਵੀਡੀਓਜ਼ ਤੁਹਾਡੇ ਕੋਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇਕਰ ਤੁਹਾਨੂੰ ਇਹ ਵੀਡੀਓਜ਼ ਪਸੰਦ ਆਈਆਂ ਨੇ ਤਾਂ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਅੱਜ ਦੇ ਲਈ ਤੁਹਾਡਾ ਸਭ ਦਾ ਧੰਨਵਾਦ।